ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ। संत हमारी ओट सताणी, संत हमारा गहना। हम संतन स्यो बन आई, पूर्व लिखिया पाई, मन तेरा पाई रहाओ। संतन स्यो मेरी लेवा देवी, संतन स्यो ब्योहारा, संतन स्यो हम लाहा खाटिया, हर भगत भरे भंडारा। संतन मोको पूंजी सौंपी, तो उतर्यो मन का धोखा, धर्म राय अब कहा करेगो, जो फाट्यो सगलो लेखा। महा आनंद पय सुख पाया, संतन के प्रसादे, को नानक हर स्यो मन मान्या, रंग रते बिस मादे। साध संगत आप सब माई भाई जितने भी सतगुरु जी की पवित्र हजूरी विच पहुंचे हो, सारे अपनी रसना की पवित्रता वास्ते शब्द विच बोलन की खिचल करो। हर वार की तरह पहले हिस्से विच दास बोलेगा ते दूसरे हिस्से विच सब भाई अते बीबियां शब्द विच बोल के, धारना विच बोल के अपनी रसना पवित्र करो जी। हम संतन की रेन प्यारे, हम संतन की सरना जी। हम संतन की रेन प्यारे, हम संतन की सरना जी। संतन की रेन प्यारे, हम संतन की सरना जी। हम संतन की रेन प्यारे, हम संतन की सरना जी। संतन की सरना जी, हम संतन की सरना जी। संतन की सरना जी, हम संतन की सरना जी। संतन की सरना जी, हम संतन की सरना जी। संतन की सरना जी, हम संतन की सरना जी। संतन की सरना जी, हम संतन की सरना जी। हम संतन की सरना जी, हम संतन की सरना जी। हम संतन की रेन प्यारे, हम संतन की सरना। हम संतन की रेन प्यारे, हम संतन की सरना जी।
हम संतन की रेन प्यारे, हम संतन की सरना जी। हम संतन की रेन प्यारे, हम संतन की सरना जी। अंतर गुर आराधना, जीवा जप गुर नाओ। नेत्री सतगुर पेखना, श्रवणी सुनना गुर नाओ। सतगुर सेती रत्या, दरगह पाइयै ठाओ। कहो नानक कृपा करे, जिसनो एवत दे। जग में उत्तम काढ़िए, विरले के। कन्नी सुनिए गुरां दी बाणी, जेबा नाल नाम जपिए। कन्नी सुनिए गुरां दी बाणी, जेबा नाल नाम जपिए। ਕੰਨੀ ਸੁਣੀਏ ਗੁਰਾਂ ਦੀ ਬਾਣੀ, ਜੇਬਾ ਨਾਲ ਨਾਮ ਜਪੀਏ। ਕੰਨੀ ਸੁਣੀਏ ਗੁਰਾਂ ਦੀ ਬਾਣੀ, ਜੇਬਾ ਨਾਲ ਨਾਮ ਜਪੀਏ। मेरे प्यारे जी जेबा नाल नाम जपिए। मेरे प्यारे जेबा नाल नाम जपिए। गज के जपो जी गज के। मेरे प्यारे जेबा नाल नाम जपिए। वाह 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 वाह, जेबा नाल नाम जपिए। संगते जेबा नाल नाम जपिए। वाह 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 जी जेबा नाल नाम जपिए। संगते जेबा नाल नाम जपिए। ਕੰਨੀ ਸੁਣੀਏ ਗੁਰਾਂ ਦੀ ਬਾਣੀ, ਗੁਰਾਂ ਦੀ ਬਾਣੀ, ਜੇਬਾ ਨਾਲ ਨਾਮ ਜਪੀਏ। ਕੰਨੀ ਸੁਣੀਏ ਗੁਰਾਂ ਦੀ ਬਾਣੀ, ਜੇਬਾ ਨਾਲ ਨਾਮ ਜਪੀਏ। नाल नाम जपीए। कंनी सुनिए गुरां दी बाणी, जेबा नाल नाम जपीए। ਕੰਨੀ ਸੁਣੀਏ ਗੁਰਾਂ ਦੀ ਬਾਣੀ, ਗੁਰਾਂ ਦੀ ਬਾਣੀ, ਜੇਬਾ ਨਾਲ ਨਾਮ ਜਪੀਏ।
ਕੰਨੀ ਸੁਣੀਏ ਗੁਰਾਂ ਦੀ ਬਾਣੀ, ਜੇਬਾਂ ਨਾਲ ਨਾਮ ਜਪੀਏ। ਸੁਣੀਏ ਗੁਰਾਂ ਦੀ ਬਾਣੀ, ਜੇਬਾਂ ਨਾਲ ਨਾਮ ਜਪੀਏ। ਕੰਨੀ ਸੁਣੀਏ ਗੁਰਾਂ ਦੀ ਬਾਣੀ, ਜੇਬਾਂ ਨਾਲ ਨਾਮ ਜਪੀਏ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਰਸਨਾ ਪਵਿੱਤਰ ਕਰੋ। ਗੁਰੂ ਮਹਾਰਾਜ ਜੀ ਦੀ ਫਤਿਹ ਨਾਲ ਸਾਂਝ ਪਾਓ। ਸਾਰੇ ਇੱਕ ਵਾਰੀ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਕਾਫੀ ਸਮੇਂ ਤੋਂ ਆਪ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹੋ। ਪੈਰਾਂ ਨਾਲ ਚੱਲ ਕੇ ਪਹੁੰਚੇ ਹੋ ਗੁਰੂ ਦਰਬਾਰ ਦੇ ਵਿੱਚ, ਆਪਣੇ ਪੈਰਾਂ ਨੂੰ ਸਫਲ ਕੀਤਾ ਹੈ। ਗੁਰੂ ਚਰਨਾਂ ਵਿੱਚ ਨਮਸਕਾਰ ਕਰਕੇ ਆਪਣਾ ਮਸਤਕ ਸਫਲਾ ਬਣਾਇਆ। ਸਤਿਗੁਰ ਜੀ ਦੀ ਆਪ ਗੁਰੂ ਰੂਪ ਸੰਗਤ ਦੇ ਦਰਸ਼ਨ ਕਰਕੇ ਨੇਤਰ ਪਵਿੱਤਰ ਕੀਤੇ ਹਨ। ਧਾਰਨਾ ਵਿੱਚ ਬੋਲ ਕੇ ਰਸਨਾ ਪਵਿੱਤਰ ਕੀਤੀ ਹੈ। ਕਾਫੀ ਸਮੇਂ ਤੋਂ ਆਪ ਗੁਰੂ ਚਰਨਾਂ ਵਿੱਚ ਜੁੜੇ ਬੈਠੇ ਹੋ। ਰਹਿੰਦੇ ਸਮੇਂ ਤੋਂ ਵੀ ਲਾਭ ਉਠਾਉਣ ਦਾ ਯਤਨ ਕਰੋ। ਆਪਣੇ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ। ਬੁੱਧ ਨੂੰ ਸ਼ਬਦ ਔਰ ਵਿਚਾਰ ਦੇ ਸਨਮੁਖ ਕਰੋ, ਤਾਂ ਜੋ ਗੁਰਬਾਣੀ ਔਰ ਗੁਰਮਤਿ ਦੇ ਵਿਚਾਰਾਂ ਤੋਂ ਆਪਾਂ ਪੂਰਾ ਲਾਭ ਉਠਾ ਸਕੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ, ਗੁਰਬਾਣੀ ਤਿੰਨਾਂ ਗੁਰਸਿੱਖਾਂ ਭਾਈ ਭਗਤ ਗੁਰਪੁਰਬ ਕਰਨ ਦੇ। ਭਾਈ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ, ਸਦਕੇ ਜਾਂਦਾ ਹਾਂ, ਜਿਹੜੇ ਸ਼ਰਧਾ ਔਰ ਸਤਿਕਾਰ ਦੇ ਨਾਲ ਗੁਰਪੁਰਬ ਗੁਰੂ ਸਾਹਿਬਾਨ ਦੇ ਦਿਹਾੜੇ ਮਨਾਉਂਦੇ ਹਨ, ਉਹਨਾਂ ਨੂੰ ਯਾਦ ਕਰਦੇ ਹਨ। ਸਾਧ ਸੰਗਤ, ਸਾਡੇ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਗੁਰੂ ਘਰ ਵਿੱਚ ਗੁਰਪੁਰਬ ਮਨਾਉਣ ਦਾ ਇੱਕ ਰਵਾਇਤ ਪ੍ਰਚਲਿਤ ਹੋ ਗਈ ਸੀ। ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਤੱਕ ਜੋ ਸੰਗਤਾਂ ਨੇ ਬੜੀ ਸ਼ਰਧਾ ਔਰ ਉਤਸ਼ਾਹ ਦੇ ਨਾਲ ਗੁਰਪੁਰਬ ਮਨਾਉਣੇ ਸ਼ੁਰੂ ਕਰ ਦਿੱਤੇ। ਵੈਸੇ ਤਾਂ ਜੋੜ ਮੇਲੇ ਮਨਾਉਣ ਦੀ ਰਵਾਇਤ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਸ਼ੁਰੂ ਹੋਈ ਸੀ, ਪਰ ਦੇਖਿਆ ਜਾਵੇ ਜਿਹੜੇ ਨਿੱਤ ਦੇ ਜੋੜ ਮੇਲੇ ਨੇ ਰੋਜ਼ਾਨਾ ਦੇ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਨਿਸਤਾਰਾ, ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਇਹ ਪਰਪਾਟੀ ਇਹ ਰੋਹ ਰੀਤ ਰੋਜ਼ਾਨਾ ਦੇ ਜੋੜ ਮੇਲਿਆਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਹੀ ਸ਼ੁਰੂ ਕਰ ਦਿੱਤੀ ਸੀ। ਜਦੋਂ ਆਪ ਨੇ ਦਰਿਆ ਰਾਵੀ ਦੇ ਕਿਨਾਰੇ ਕਰਤਾਰਪੁਰ ਨਗਰ ਵਸਾਇਆ, ਕਥਾ ਕੀਰਤਨ ਦੀ ਰੋਹ ਰੀਤ ਪ੍ਰਚਲਿਤ ਕੀਤੀ। ਅੰਮ੍ਰਿਤ ਵੇਲੇ ਵੀ ਸੰਗਤਾਂ ਜੁੜਦੀਆਂ, ਸ੍ਰੀ ਆਸਾ ਦੀ ਵਾਰ ਦਾ ਕੀਰਤਨ, ਜਪਜੀ ਸਾਹਿਬ ਦਾ ਪਾਠ ਹੁੰਦਾ, ਸ਼ਾਮ ਨੂੰ ਸੋਦਰ ਦੀ ਚੌਂਕੀ, ਆਰਤੀ ਦਾ ਗਾਇਨ, ਮਨ ਜੋ ਵੀ ਬਾਣੀ ਪਾਤਸ਼ਾਹ ਨੇ ਆਪਣੇ ਸਮੇਂ ਤੇ ਉਚਾਰਨ ਕੀਤੀਆਂ ਉਹ ਗਾਈਆਂ ਜਾਂਦੀਆਂ। ਇਹ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਰੋਜ਼ਾਨਾ ਪੜ੍ਹਦੀਆਂ ਹੈ। ਜੋੜ ਮੇਲੇ ਦੀ ਜਿਹੜੀ ਰੋਜ਼ਾਨਾ ਜੋੜ ਮੇਲੇ ਨੇ ਜਿਹੜੇ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਤੋਂ ਹੀ ਮਨਾਏ ਜਾ ਰਹੇ। ਭਾਈ ਪਾਰੋ ਜੁਲਕਾ ਦੀ ਬੇਨਤੀ ਮੰਨ ਕੇ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਦੀਵਾਲੀ ਔਰ ਵਿਸਾਖੀ 2 ਸਾਲਾਨਾ ਜੋੜ ਮੇਲੇ ਸ੍ਰੀ ਗੋਇੰਦਵਾਲ ਸਾਹਿਬ ਮਨਾਉਣੇ ਸ਼ੁਰੂ ਕੀਤੇ। ਵੈਸੇ ਗੁਰੂ ਘਰ ਦੇ ਵਿੱਚ ਮਹੀਨਾਵਾਰੀ ਵੀ ਜੋੜ ਮੇਲੇ ਮਨਾਉਣ ਦੀ ਪ੍ਰਚਲਿਤ ਹੈ। ਜਿਵੇਂ ਸੰਗਰਾਂਦ ਦੇਖਦੇ ਆਪਾਂ ਹਰ ਗੁਰੂ ਘਰ 'ਚ ਮਨਾਇਆ ਜਾਂਦਾ ਹੈ, ਜਾਂ ਵੱਡੇ ਗੁਰੂ ਸਾਹਿਬ ਨੇ ਚੰਦਰਮਾ ਦੀ ਤਿਥਾਂ ਅਨੁਸਾਰ ਉੱਥੇ ਪੂਰਨਮਾਸ਼ੀ ਦਾ ਜੋੜ ਮੇਲਾ ਹੁੰਦਾ ਹੈ, ਕਿਤੇ ਮੱਸਿਆ ਦਾ ਜੋੜ ਮੇਲਾ ਹੁੰਦਾ ਹੈ। ਜਿਵੇਂ ਵੀ ਸਮੇਂ ਦੇ ਅਨੁਸਾਰ ਜਾਂ ਇਲਾਕੇ ਦੇ ਅਨੁਸਾਰ, ਕਿਤੇ ਪੰਚਮੀ ਦਾ ਜੋੜ ਮੇਲਾ ਹੁੰਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਤਰਨਤਾਰਨ ਸਾਹਿਬ, ਉੱਥੇ ਮੱਸਿਆਂ ਦੇ ਜੋੜ ਮੇਲੇ ਤੇ ਸੰਗਤਾਂ ਦੀ ਗਿਣਤੀ ਆਮ ਦਿਨਾਂ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਇਤਿਹਾਸ ਦੇ ਨਾਲ ਸੰਬੰਧਿਤ
ਪੰਚਮੀ ਦਾ ਜੋੜ ਮੇਲਾ ਮਨਾਇਆ ਜਾਂਦਾ ਸੀ ਜ਼ਿਆਦਾਤਰ। ਸੋ ਇਹ ਜਿਹੜੇ ਮਹਾਂਵਾਰੀ ਜੋੜ ਮੇਲੇ ਨੇ ਇਹ ਵੀ ਗੁਰੂ ਘਰ ਦੇ ਵਿੱਚ ਗੁਰੂ ਸਾਹਿਬਾਨ ਤੋਂ ਹੀ ਮਨਾਏ ਜਾਂਦੇ ਹਨ, ਜਾਂ ਕਹਿ ਲਓ ਪ੍ਰਚਲਿਤ ਹੋਏ ਹਨ। ਸਾਹਿਬ ਗੁਰੂ ਜੀ ਦੇ ਅਨੰਦ ਸੇਵਕ ਭਾਈ ਨੰਦ ਲਾਲ ਜੀ ਇਸ ਗੱਲ ਦੀ ਸਾਖੀ ਭਰਦੇ ਨੇ। रोजे जुम्मा मोम नामे पाकबाज, गिरद में आयदंद बह बेरे आय नवाज, हम चुना दर मजमई साथ संग कज मोहब्बत बाखुदा दारंग दारंग। खास तौर ते उचेचे तौर ते गुरसिख साध संगत जुड़ मिल के इकत्तर हुंदे ने। जिस तरह मुसलमान जुम्मे वाले दिन नमाज पढ़ के मस्जिद विच जाते हैं, रब दे रंग दे विच रंगे, रब दे रंग दे विच रंगे हुए प्यारे साध संगत विच जुड़ के बैठते हैं। वैसे तो रोजाना ही पर विशेष तौर ते महीने दे विच 2 बार गिरद में आए दंद माहे 2 बार कादे वास्ते बहर जिक्र खास है परवदगार, उचेचे तौर ते उस परवदगार दी, उस परमात्मा दी अकाल पुरख वाहिगुरू दी सिफत करने वास्ते। गाओ संगते जी गुण पूरिया गुरां दे, गावो संगते गुण पूरिया गुरां दे। गावो संगते गुण पूरिया गुरां दे, गावो संगते गुण पूरिया गुरां दे, गावो संगते गुण पूरिया गुरां दे। गावो संगते गुण पूरिया गुरां दे, पूरिया गुरां दे गुण पूरिया गुरां दे, पूरिया गुरां दे गुण पूरिया गुरां दे, पूरिया गुरां दे गुण पूरिया गुरां दे, गज के पूरिया गुरां दे गुण पूरिया गुरां दे, 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 ओ पूरिया गुरां दे गुण पूरिया गुरां दे, 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 ओ पूरिया गुरां दे गुण पूरिया गुरां दे, पूरिया
ਗਾਵੋ ਸੰਗ ਤੇ ਗੁਣ ਪੂਰਿਆ ਗੁਰਾਂ ਦੇ, ਗਾਵੋ ਸੰਗ ਤੇ ਜੀ ਗੁਣ ਪੂਰਿਆ ਗੁਰਾਂ ਦੇ, ਗਾਵੋ ਸੰਗ ਤੇ ਗੁਣ ਪੂਰਿਆ ਗੁਰਾਂ ਦੇ, ਗਾਵੋ ਸੰਗ ਤੇ ਜੀ ਗੁਣ ਪੂਰਿਆ ਗੁਰਾਂ ਦੇ, ਗਾਵੋ ਸੰਗ ਤੇ ਗੁਣ ਪੂਰਿਆ ਗੁਰਾਂ ਦੇ, ਗਾਵੋ ਸੰਗ ਤੇ ਜੀ ਗੁਣ ਪੂਰਿਆ ਗੁਰਾਂ ਦੇ, ਗਾਵੋ ਸੰਗ ਤੇ ਜੀ ਗੁਣ ਪੂਰਿਆ ਗੁਰਾਂ ਦੇ, ਗਾਵੋ ਸੰਗ ਤੇ ਗੁਣ ਪੂਰਿਆ ਗੁਰਾਂ ਦੇ। ਭਾਵੇਂ ਹਫਤਾਵਾਰੀ ਹੋਵੇ, ਜਿਸ ਤਰ੍ਹਾਂ ਅੱਜ ਕੱਲ ਆਪਾਂ ਆਪਣੇ ਸਹੂਲਤ ਦੇਖ ਕੇ, ਜਿਵੇਂ ਜਥੇ ਵੱਲੋਂ ਐਤਵਾਰ ਦੇ ਐਤਵਾਰ ਅੰਮ੍ਰਿਤ ਵੇਲੇ ਦੀਵਾਨ ਸਜਾਏ ਜਾਂਦੇ ਹਨ, ਸੰਗਰਾਂਦ ਅਲੱਗ ਜਗ੍ਹਾ ਤੇ ਬਾਬਾ ਜੋਰਾਵਰ ਸਿੰਘ, ਮੱਸਿਆ ਬਾਬਾ ਫਤਿਹ ਸਿੰਘ, ਦਸਵੀਂ ਭਗਤ ਧੰਨਾ ਸਾਹਿਬ ਜੀ, ਪੰਚਵੀਂ ਬਾਬਾ ਜੀਵਨ ਸਿੰਘ ਜੀ, ਤੇ ਪੂਰਨਮਾਸ਼ੀ ਗੁਰਦੁਆਰਾ ਦੁਖਭੰਜਨ ਸਾਹਿਬ, ਔਰ ਐਤਵਾਰ ਦੇ ਐਤਵਾਰ ਸੰਗਤਾਂ ਦੇ ਘਰ। ਜਿਵੇਂ ਵੀ ਆਪਣੇ ਤੋਂ ਸੈੱਟ ਬੈਠਦਾ ਹੈ ਸਮਾਂ, ਸਹੀ ਤਰੀਕੇ ਦੇ ਨਾਲ, ਸਹੀ ਕ੍ਰਮ ਦੇ ਵਿੱਚ। ਵੈਸੇ ਵੀ ਆਪਾਂ ਜੇ ਅਗਰ ਕਿਸੇ ਵੀ ਗੁਰੂ ਘਰ ਦੇਖੀਏ, ਕਿਸੇ ਆਲਮਗੀਰ ਸਾਹਿਬ ਦੇਖ ਲਈਏ, ਜਿਤਨੇ ਵੱਡੇ ਸਥਾਨ ਨੇ, ਵੀਕਐਂਡ ਤੇ ਉੱਥੇ ਸੰਗਤ ਦੀ ਇਕੱਤਰਤਾ ਆਮ ਦਿਨਾਂ ਨਾਲੋਂ ਕਈ ਗੁਣਾ ਜ਼ਿਆਦਾ ਹੁੰਦੀ ਹੈ। ਛੁੱਟੀ ਦਾ ਦਿਨ ਹੁੰਦਾ, ਆਪਾਂ ਆਪਣੀ ਸਹੂਲਤ ਦੇਖ ਕੇ, ਜਿਸ ਤਰ੍ਹਾਂ ਅੱਜ ਕੱਲ ਹਫਤਾਵਾਰੀ ਜੋੜ ਮੇਲੇ ਮਨਾਉਂਦੇ ਨੇ, ਕਿਉਂਕਿ ਸੰਗਤਾਂ ਨੂੰ ਛੁੱਟੀ ਹੁੰਦੀ ਹੈ, ਕਿਉਂਕਿ ਇਸੇ ਤਰ੍ਹਾਂ ਹੀ ਪਹਿਲਾਂ ਸਮਿਆਂ ਦੇ ਵਿੱਚ ਮਹਾਵਾਰੀ ਜੋੜ ਮੇਲੇ ਵੀ ਮਨਾਏ ਜਾਂਦੇ ਸਨ, ਗੁਰਪੁਰਬ ਵੀ ਮਨਾਏ ਜਾਂਦੇ ਸਨ, ਸਾਲਾਨਾ ਜੋੜ ਮੇਲੇ ਮਨਾਏ ਜਾਂਦੇ ਸਨ। ਸੋ ਆਓ ਸਾਧ ਸੰਗਤ, ਸੱਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ, ਜੋ ਕਿ 22 ਤਰੀਕ ਨੂੰ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਐਵੇਂ ਅੱਜ ਉਹਨਾਂ ਬਾਬਤ ਆਪਾਂ ਵਿਚਾਰ ਕਰੀਏ। ਸੋ ਐਵੇਂ ਤਾਂ ਨਹੀਂ ਕਹਿੰਦੇ ਕਿ ਆਪਾਂ, ਕਿ ਜਿਨ੍ਹਾਂ ਨੂੰ ਬੈਠੇ ਆਪਾਂ, ਕਿ ਆਪਾਂ ਨੂੰ ਪਤਾ ਹੋਵੇ, ਪਰ ਆਮ ਤੌਰ ਤੇ ਜਦੋਂ ਕਿਸੇ ਨੂੰ ਪ੍ਰਸ਼ਨ ਕੀਤਾ ਜਾਂਦਾ ਹੈ, ਕਿਸੇ ਬੱਚੇ ਨੂੰ ਜਾਂ ਕਿਸੇ ਸਿਆਣੇ ਨੂੰ, ਕਿ ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ ਜਨਮ ਕਿਹਨਾਂ ਦੇ ਗ੍ਰਹਿ ਹੋਇਆ, ਭਾਵ ਕਿ ਉਹਨਾਂ ਦੇ ਪਿਤਾ ਜੀ ਦਾ ਨਾਮ। ਮੀਰੀ ਪੀਰੀ ਦੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ 5 ਸਾਹਿਬਜ਼ਾਦੇ ਸਨ। ਵੱਡੇ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਤੋਂ ਛੋਟੇ ਬਾਬਾ ਸੂਰਜਮਲ ਜੀ, ਬਾਬਾ ਅਨੀ ਰਾਏ ਜੀ, ਬਾਬਾ ਅਟਲ ਰਾਏ ਜੀ, ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਮਹਾਰਾਜ। ਬਾਬਾ ਅਟਲ ਰਾਏ ਜੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਸਮਾ ਗਏ ਸਨ। ਆਪਾਂ ਦੇਖਦੇ ਹੀ ਹਾਂ ਦਰਬਾਰ ਸਾਹਿਬ ਦੇ ਨਾਲ ਹੀ ਗੁਰੂ ਘਰ। ਔਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਚੌਥਾ ਜੰਗ ਜਿੱਤ ਕੇ ਕਰਤਾਰਪੁਰ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਪਹੁੰਚੇ, ਉੱਥੇ ਪਹਿਲਾਂ ਹੀ ਦਰਅਸਲ ਆਪਨੇ ਬਾਬਾ ਗੁਰਦਿੱਤਾ ਜੀ ਨੂੰ, ਆਪਣੇ ਵੱਡੇ ਸਾਹਿਬਜ਼ਾਦੇ ਨੂੰ ਭੇਜਿਆ ਹੋਇਆ ਸੀ। ਬਾਬਾ ਗੁਰਦਿੱਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਜਾਣ ਤੋਂ ਪਹਿਲਾਂ ਹੀ ਉੱਥੇ ਇਮਾਰਤਾਂ ਦੀ ਉਸਾਰੀ ਸ਼ੁਰੂ ਕਰਾ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਸ੍ਰੀ ਕੀਰਤਪੁਰ ਸਾਹਿਬ ਵੀ ਬਤੀਤ ਕਰਦੇ। ਸ੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੀ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਹੈ ਮਾਤਾ ਨਿਹਾਲ ਕੌਰ ਜੀ ਔਰ ਪ੍ਰਚਲਿਤ ਨਾਮ ਨੀਤੀ ਜੀ। ਉਹਨਾਂ ਦੀ ਪਵਿੱਤਰ ਕੁੱਖੋਂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਵੈਸੇ ਬਾਬਾ ਗੁਰਦਿੱਤਾ ਜੀ ਦੇ 2 ਸਾਹਿਬਜ਼ਾਦੇ ਸਨ। ਵੱਡੇ ਸਨ ਬਾਬਾ ਧੀਰਮਲ ਜੀ ਔਰ ਛੋਟੇ ਸਨ ਸ੍ਰੀ ਹਰਿਰਾਏ ਸਾਹਿਬ ਜੀ। ਕਰਤਾਰਪੁਰ ਦੇ ਜੰਗ ਦੌਰਾਨ ਹੀ ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਉਂਦਾ ਹੈ
ਕਿ ਬਾਬਾ ਧੀਰਮਲ ਜੀ ਮੀਰੀ ਪੀਰੀ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਿਲੋਂ ਲੈ ਗਏ ਸਨ। ਜਿਹੜੀ ਉਹਨਾਂ ਦੀਆਂ ਗਤੀਵਿਧੀਆਂ ਸਨ ਬਾਦਸ਼ਾਹ ਦੇ ਨਾਲ ਮੇਲ ਕਰਨ ਦੀਆਂ ਵਿਉਂਤਾਂ ਸਨ, ਉਹਨਾਂ ਨੇ ਧੀਰਮਲ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਦੂਰ ਕਰ ਦਿੱਤਾ। ਉਹਦੇ ਅੰਦਰ ਦਾ ਛਲ, ਅੰਦਰ ਦਾ ਕਪਟ ਸੰਗਤਾਂ ਦੇ ਵਿੱਚ ਵਿਦਿਤ ਹੋ ਗਿਆ। ਧੀਰਮਲ ਤੇ ਸਤਿਗੁਰੂ ਜੀ ਦੀ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਕੀਰਤਪੁਰ ਸਾਹਿਬ ਗਿਆ ਹੀ ਨਹੀਂ ਸੀ। ਬਾਬਾ ਗੁਰਦਿੱਤਾ ਜੀ ਦੇ ਦੂਸਰੇ ਸਾਹਿਬਜ਼ਾਦੇ ਉਮਰ ਦੇ ਵਿੱਚ ਛੋਟੇ ਸਨ, ਗੁਰੂ ਹਰਿਰਾਏ ਸਾਹਿਬ ਜੀ। ਉਹਨਾਂ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਵਿਸ਼ੇਸ਼ ਪ੍ਰਸੰਨਤਾ ਸੀ। ਇਤਿਹਾਸ ਦੇ ਵਿੱਚ ਵੀ ਜ਼ਿਕਰ ਹੁੰਦਾ ਹੈ ਕਿ ਬਾਬਾ ਗੁਰਦਿੱਤਾ ਜੀ ਦਾ ਅਕਾਲ ਚਲਾਣਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਹੁੰਦਿਆਂ ਹੀ ਹੋ ਗਿਆ ਸੀ। ਕੀਰਤਪੁਰ ਸਾਹਿਬ ਸਾਹਿਬਜ਼ਾਦੇ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਹੋਰ ਵੀ ਮੌਜੂਦ ਸਨ, ਬਾਬਾ ਸੂਰਜਮਲ ਜੀ, ਬਾਬਾ ਅਨੀ ਰਾਏ ਜੀ, ਔਰ ਸਭ ਤੋਂ ਛੋਟੇ ਸੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਐਸਾ ਵੀ ਜ਼ਿਕਰ ਹੁੰਦਾ ਹੈ ਵਿੱਚ ਇਤਿਹਾਸ ਦੇ ਵਿੱਚ ਕਿ ਗੁਰੂ ਸਾਹਿਬ ਆਪਣੇ ਛੋਟੇ ਸਾਹਿਬਜ਼ਾਦੇ ਨੂੰ ਵੀ ਬੜਾ ਪਿਆਰ ਕਰਦੇ ਸਨ, ਹਾਲਾਂਕਿ ਉਹਨਾਂ ਦੀ ਅਵਧੂਤ ਜੀ ਬਿਰਤੀ ਸੀ। ਸੰਗਤਾਂ ਦੇ ਨਾਲ ਜ਼ਿਆਦਾ ਵਾਹ ਵਾਸਤਾ ਨਹੀਂ ਸਨ ਰੱਖਦੇ, ਗੁਰੂ ਘਰ ਦੇ ਮਸੰਦਾਂ ਦੇ ਨਾਲ ਕੋਈ ਜ਼ਿਆਦਾ ਵਾਹ ਵਾਸਤਾ ਨਹੀਂ ਸਨ ਰੱਖਦੇ। ਹਰ ਵਕਤ ਚੁੱਪ ਰਹਿੰਦੇ, ਗੰਭੀਰ ਰਹਿੰਦੇ, ਆਪਣੀ ਚਿੱਤ ਬਿਰਤੀ ਨੂੰ ਹਮੇਸ਼ਾ ਤੇਜ਼ ਧਾਰਾ ਪਰਮਾਤਮਾ ਦੇ ਨਾਲ ਜੋੜ ਕੇ ਰੱਖਦੇ। ਬਚਨ ਬਿਲਾਸ ਬਹੁਤ ਹੀ ਘੱਟ ਕਰਦੇ, ਕਿਤੇ ਕਿਤੇ ਚੱਲ ਕੇ ਆਉਂਦੇ ਆਪਣੇ ਗੁਰੂ ਪਿਤਾ ਦੇ ਦਰਬਾਰ ਦੇ ਵਿੱਚ। ਔਰ ਜਦੋਂ ਵੀ ਆਪ ਆਪਣੇ ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆਉਂਦੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਨੂੰ ਛੋਟੇ ਸਾਹਿਬਜ਼ਾਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਨਾਲ ਬਿਠਾ ਲੈਂਦੇ ਗੱਦੀ ਤੇ। ਇਹ ਗੱਲ ਵੀ ਸਤਿਗੁਰੂ ਜੀ ਨੇ ਵਿਦਿਤ ਕਰ ਦਿੱਤੀ, ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਪਰੰਪਰਾ ਚੱਲੀ ਆ ਰਹੀ ਸੀ। ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਹੁੰਦਿਆਂ ਹੀ ਥਾਪਿਆ ਲੈਂਦਾ ਜੀਵ ਦੇ ਗੁਰਿਆਈ ਦਾ ਸਿਰ ਛਤਰ ਫਿਰਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਸੇਵਕ ਲੈਣੇ ਨੂੰ ਆਪਣੇ ਸਰੀਰ ਦੇ ਹੁੰਦਿਆਂ ਹੀ ਟਿਕ ਦਿੱਤਾ ਸੀ, ਭਾਵ ਆਪਣੇ ਸਰੀਰ ਦੇ ਹੁੰਦਿਆਂ ਹੀ ਗੁਰਤਾ ਗੱਦੀ ਬਖਸ਼ ਦਿੱਤੀ। ਇਹੋ ਹੀ ਪਰੰਪਰਾ ਫਿਰ ਬਾਕੀ ਗੁਰੂ ਸਾਹਿਬਾਨ ਨੇ ਵੀ ਚਲਾਈ, ਉਸੇ ਤਰ੍ਹਾਂ ਹੀ ਜਾਰੀ ਰੱਖੀ। ਉਸੇ ਹੀ ਰਵਾਇਤ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਹੁੰਦਿਆਂ ਹੀ ਆਪਣੀ ਗੁਰਤਾ ਗੱਦੀ ਆਪਣੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਦੇਣ ਦਾ ਐਲਾਨ ਕਰ ਦਿੱਤਾ। ਦੇਖੋ, ਗੁਰੂ ਘਰ ਦੇ ਵਿੱਚ ਭਾਵੇਂ ਜਾਂ ਨਾ ਦੇਸੋ ਸੋਡੀਓ ਹੋਰਸ ਅਜਰ ਨਾ ਜਰਿਆ ਜਾਵੇ, ਘਰ ਹੀ ਕੀ ਵੱਥ ਘਰੇ ਰਹਾਵੇ, ਰਹੇ ਭਾਵੇਂ ਘਰ ਦੀ ਘਰ ਦੇ ਵਿੱਚ ਹੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਸਮੇਂ ਤੋਂ ਹੀ। ਪਰ ਇੱਥੇ ਨਾ ਕਦੇ ਵੱਡੇ ਛੋਟੇ ਦਾ ਸਵਾਲ ਦੇਖਿਆ ਗਿਆ, ਬਖਸ਼ਿਸ਼ ਅਧਿਕਾਰੀ ਨੂੰ ਹੀ ਹੁੰਦੀ ਰਹੀ ਹੈ। ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ 3 ਸਾਹਿਬਜ਼ਾਦੇ ਸਨ। ਪਹਿਲਾ ਤਾਂ ਪ੍ਰਿਥੀ ਚੰਦ ਸੀ, ਪਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਆਪਣੇ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਵੀ ਉਸ ਵੇਲੇ ਸਾਹਿਬਜ਼ਾਦੇ ਬਾਬਾ ਅਨੀ ਰਾਏ ਜੀ, ਬਾਬਾ ਅਟਲ ਰਾਏ ਜੀ, ਗੁਰੂ ਤੇਗ ਬਹਾਦਰ ਮਹਾਰਾਜ ਮੌਜੂਦ ਸਨ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੇ ਆਪਣੇ ਪੋਤਰੇ ਨੂੰ। ਅੱਗੇ ਵੀ ਇਤਿਹਾਸ ਆਪਾਂ ਪੜ੍ਹਦੇ ਹਾਂ, ਗੁਰੂ ਹਰਿਰਾਏ ਸਾਹਿਬ ਜੀ 2 ਸਾਹਿਬਜ਼ਾਦੇ ਸਨ, ਬਾਬਾ ਰਾਮ ਰਾਏ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਗੁਰੂ ਹਰਿਰਾਏ ਸਾਹਿਬ ਜੀ ਨੇ ਵੀ ਆਪਣੇ ਛੋਟੇ ਸਾਹਿਬਜ਼ਾਦੇ ਦੇ ਉੱਪਰ ਹੀ ਬਖਸ਼ਿਸ਼ ਕੀਤੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਉੱਪਰ। ਉਹ ਸਰੀਰ ਕਰਕੇ, ਉਮਰ ਕਰਕੇ, ਅਵਸਥਾ ਦੇ ਵਿੱਚ ਬਹੁਤ ਛੋਟੇ ਸਨ, ਪਰ ਉਹਨਾਂ ਨੇ ਇੱਕ ਹੋਰ ਮੋੜ ਆਇਆ ਗੁਰੂ ਘਰ ਦੇ ਵਿੱਚ, ਜਦੋਂ ਇਹ ਦਾਤ ਦਾਦੇ ਤੋਂ ਪੋਤਰੇ ਪਾਸ ਆਈ ਸੀ, ਹੁਣ ਪੋਤਰੇ ਤੋਂ ਦਾਦੇ ਪਾਸ ਜਾਣ ਲੱਗੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਬਸੇ ਜਗਰਾਮ ਬਕਾਲੇ ਗੁਰਤਾ ਗੱਦੀ ਦੇਣ ਵੇਲੇ ਇਹ ਬਚਨ ਕੀਤਾ
ਵੀ ਜਿਨ੍ਹਾਂ ਨੇ ਸੰਗਤਾਂ ਦੀ ਸੰਭਾਲ ਕਰਨੀ ਹੈ ਉਹ ਬਕਾਲੇ ਦੇ ਵਿੱਚ ਜੋਤ ਜਗਾ ਰਹੇ ਨੇ। ਬਕਾਲੇ ਦੇ ਵਿੱਚ ਸੋਢੀਆਂ ਦੇ ਵਿੱਚ ਸਿਰਫ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਹੀ ਰਹਿੰਦੇ ਸਨ। 4.5 ਮਰਬਾ ਭੋਰੇ ਦੇ ਵਿੱਚ ਰਹਿੰਦੇ ਸਨ, ਉੱਥੇ ਤਪ ਕਰਦੇ ਸਨ ਅਤੇ ਉਸ ਬਕਾਲੇ ਪਿੰਡ ਦੇ ਵਿੱਚ ਪ੍ਰਚਾਰ ਕਰਦੇ। ਬਾਬਾ ਬਸੇ ਜਗਰਾਮ ਬਕਾਲੇ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਰਿਸ਼ਤੇ ਵਜੋਂ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਬਾਬਿਆਂ ਦੇ ਥਾਂ ਲੱਗਦੇ ਸਨ, ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ 7ਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਜੀ, ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ, ਬਾਬਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਫਿਰ ਤਾਂ ਉਹਨਾਂ ਦੇ ਬਾਬੇ ਦੇ ਥਾਂ ਹੀ ਲੱਗੇ ਨਾ। ਬਜ਼ੁਰਗ ਜਾਣ ਕੇ ਆਪ ਨੇ ਨਾਮ ਨਹੀਂ ਲਿਆ, ਪਰ ਆਪ ਨੇ ਕਿਸ ਨੂੰ ਭੰਬਲ ਭੂਸੇ ਦੇ ਵਿੱਚ ਵੀ ਨਹੀਂ ਪਾਇਆ। ਜਦੋਂ ਬਕਾਲੇ ਨਗਰ ਦੇ ਵਿੱਚ ਕੋਈ ਹੋਰ ਰਹਿੰਦਾ ਹੀ ਨਹੀਂ ਸੀ ਜਿਹੜਾ ਸਤਿਗੁਰੂ ਜੀ ਦੇ ਬਾਬਿਆਂ ਦੇ ਥਾਂ ਲੱਗਦਾ ਹੋਵੇ। ਧੀਰਮਲ ਰਹਿੰਦਾ ਸੀ ਕਰਤਾਰਪੁਰ, ਪਰ ਉਹ ਤਾਂ ਬਾਬਿਆਂ ਦੇ ਥਾਂ ਨਹੀਂ ਸੀ ਲੱਗਦਾ, ਉਹ ਤਾਂ ਚਾਚਾ ਲੱਗਦਾ ਸੀ। ਬਾਕੀ ਦੇ ਸੋਢੀ ਉਹ ਸ੍ਰੀ ਕੀਰਤਪੁਰ ਸਾਹਿਬ ਰਹਿੰਦੇ ਸਨ। ਬਕਾਲੇ ਨਗਰ ਸੋਢੀਆਂ ਦੇ ਵਿੱਚੋਂ ਕੇਵਲ ਔਰ ਕੇਵਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਹੀ ਉੱਥੇ ਰਹਿੰਦੇ ਸਨ। ਇਹ ਦਾਤ ਕਿਸੇ ਵੇਲੇ ਦਾਦੇ ਤੋਂ ਪੋਤੇ ਪਾਸ ਗਈ ਤੇ ਦਾ ਹੁਣ ਪੋਤੇ ਤੋਂ ਦਾਦੇ ਪਾਸ। ਖੈਰ ਸਾਧ ਸੰਗਤ ਇਉਂ ਆਪਣਾ ਵਿਚਾਰ ਕਰਨ ਤੋਂ ਭਾਵ ਇਤਨਾ ਹੀ ਹੈ ਕਿ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪੋਤਰੇ ਨੂੰ ਅਧਿਕਾਰੀ ਜਾਣਿਆ। ਨਾ ਇੱਥੇ ਪੁੱਤਰ ਦਾ ਸਵਾਲ ਹੈ, ਨਾ ਵੱਡੇ ਦਾ ਸਵਾਲ ਹੈ, ਨਾ ਛੋਟੇ ਦਾ ਸਵਾਲ। ਸਵਾਲ ਤਾਂ ਸਿਰਫ ਅਧਿਕਾਰ ਦਾ ਹੈ। ਜਿਹੜਾ ਸੇਵਕ ਬਣ ਕੇ ਆਗਿਆ ਦੇ ਵਿੱਚ ਰਹਿ ਕੇ ਸੇਵਾ ਕਰਦਾ ਹੈ ਉਹੀ ਸਤਿਗੁਰੂ ਜੀ ਦੇ ਬਖਸ਼ਿਸ਼ ਦਾ ਪਾਤਰ ਬਣਦਾ ਹੈ। ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੋਂ ਹੁਕਮ ਮਨਾਏ ਸੀ। ਔਰ ਜਿਨੇ ਹੁਕਮ ਮੰਨ ਲਿਆ, ਬਸ ਜੇ ਸਿੱਖੀ ਦੇ ਵਿੱਚ ਥੋੜੇ ਸ਼ਬਦਾਂ ਦੇ ਵਿੱਚ ਪਰਿਭਾਸ਼ਾ ਦੇਣੀ ਹੋਵੇ ਨਾ ਕਿ ਸਿੱਖੀ ਹੁਕਮ ਮੰਨਣ ਦਾ ਨਾਮ ਹੈ। ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਆਗਿਆ ਸਭਨੀ ਜੀ ਸਾਹਿਬ ਸੇਵਾ, ਸਾਹਿਬ ਸੇਵਾ। 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 ਆਗਿਆ ਸਭਨੀ ਜੀ ਸਾਹਿਬ ਸੇਵਾ, ਸਾਹਿਬ ਸੇਵਾ। ਆਗਿਆ ਸਭਨੀ ਜੀ ਸਾਹਿਬ ਸੇਵਾ, ਸਾਹਿਬ ਸੇਵਾ। ਆਗਿਆ ਸਭਨੀ
ਆਗਿਆ ਸਭਨੀ ਜੀ ਸਾਹਿਬ ਸੇਵਾ ਸਾਹਿਬ ਸੇਵਾ 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 ਆਗਿਆ ਸਭਨੀ ਜੀ ਸਾਹਿਬ ਸੇਵਾ ਸਾਹਿਬ ਸੇਵਾ। ਤੇ ਸਾਧ ਸੰਗਤ ਧਿਆਨ ਦਿਓ, ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਆਪਾਂ ਦੇਖਦੇ ਹਾਂ ਕਿ ਦੇਖੋ ਉਹਨਾਂ ਦੀ ਉਮਰ ਛੋਟੀ, ਉਹਨਾਂ ਨੂੰ ਗੁਰਗੱਦੀ ਮਿਲੀ। ਅੱਗੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਗੁਰਗੱਦੀ ਮਿਲੀ। ਆਪਾਂ ਜੇ ਗੱਲ ਕਰੀਏ ਦਾਦੇ ਤੋਂ ਪੋਤੇ ਤੱਕ ਗੱਦੀ ਦਾ ਜਾਣ ਦਾ ਤੇ ਪੋਤੇ ਤੋਂ ਦਾਦੇ ਤੱਕ, ਪਾਤਸ਼ਾਹ ਨੇ ਆਪਾਂ ਕਈ ਵਾਰੀ ਕਹਿ ਦਿੰਦੇ ਆ ਲੈ ਬੱਚਿਆਂ ਤੋਂ ਥੋੜਾ ਨਾ ਕੁਝ ਸਿੱਖਾਂਗੇ, ਹੁਣ ਬੱਚੇ ਸਾਨੂੰ ਸਿਖਾਉਣਗੇ, ਬੱਚੇ ਸਾਡੇ ਸਾਹਮਣੇ ਬੋਲਣਗੇ। ਅਸਲ ਦੇ ਵਿੱਚ ਗੱਲ ਇਹ ਹੈ ਕਿ ਇਹ ਜਿਹੜੇ ਅਸੀਂ ਸਟੇਟਮੈਂਟ ਦੇ ਦਿੰਦੇ ਆ ਕਿ ਬੱਚੇ ਥੋੜਾ ਨਾ ਸਾਡੇ ਸਾਹਮਣੇ ਬੋਲਣਗੇ, ਇਹਨਾਂ ਦੀ ਕੀ ਮਜਾਲ ਸਾਡੇ ਸਾਹਮਣੇ ਬੋਲਦੇ ਨੇ, ਭਾਵੇਂ ਅਸੀਂ ਗਲਤ ਹੋਈਏ ਭਾਵੇਂ ਸਹੀ ਹੋਈਏ, ਅਸੀਂ ਵੱਡੇ ਹੁੰਨੇ ਆ। ਇਹ ਸਾਡਾ ਉਮਰ ਦਾ ਹੰਕਾਰ ਹੈ, ਹੋਰ ਕੁਝ ਵੀ ਨਹੀਂ। ਅਕਲ ਦਾ ਸੰਬੰਧ ਉਮਰ ਨਾਲ ਨਹੀਂ, ਸਮਝ ਨਾਲ ਹੁੰਦਾ। ਤੇ ਪਾਤਸ਼ਾਹ ਨੇ ਵੀ ਸਮਝ ਦੇਖ ਕੇ ਹੀ ਉਹਨਾਂ ਨੂੰ ਗੱਦੀ ਬਖਸ਼ੀ, ਔਰ ਉਹਨਾਂ ਨੂੰ ਪਤਾ ਸੀਗਾ ਕਿ ਸਮੇਂ ਦੀ ਹਕੂਮਤ ਨੇ ਬਹੁਤ ਦੁਖੀ ਕਰਨਾ ਵਾ, ਤਾਂ ਉਹਨਾਂ ਨੂੰ ਵੀ ਸ਼ਾਂਤ ਕਰਨ ਲਈ ਬੱਚੇ ਨੂੰ, ਛੋਟੀ ਉਮਰ ਦੇ ਨੂੰ ਉਹਨਾਂ ਨੇ ਗੁਰਗੱਦੀ ਬਖਸ਼ੀ, ਤਾਂ ਜੋ ਕਿ ਉਹ ਮੁਗਲ ਵੀ ਥੋੜੇ ਸ਼ਾਂਤ ਰਹਿਣ ਕਿ ਹੁਣ ਬੱਚੇ ਦੇ ਹੱਥ 'ਚ ਡੋਰ ਆ ਗਈ ਹੈ ਕਿ ਬੱਚਾ ਸਾਡਾ ਵਿਗਾੜ ਕੀ ਲਊ। ਪਰ ਦੂਜੇ ਪਾਸੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣਾ ਪ੍ਰਚਾਰ ਦੌਰ ਪੂਰਾ ਕਰ ਰਹੇ ਸਨ। ਉਹਨਾਂ ਨੇ ਬਹੁਤ ਪ੍ਰਚਾਰ ਕੀਤਾ। ਕਈ ਵਿਅਕਤੀਆਂ ਨੂੰ ਜਿਹੜੇ ਉਸ ਸਮੇਂ ਦੇ ਵਿੱਚ ਜਾਤ ਪਾਤ ਦੇ ਵਿੱਚ ਫਸੇ ਸਨ, ਧਰਮ ਦੇ ਵਿੱਚ ਫਸੇ ਸਨ, ਉਹਨਾਂ ਨੂੰ ਬਾਹਰ ਕੱਢਿਆ, ਉਹਨਾਂ ਨੂੰ ਸਿੱਖ ਸਜਾਇਆ, ਉਹਨਾਂ ਨੂੰ ਸਿੱਖ ਬਣਾਇਆ, ਉਹਨਾਂ ਨੂੰ ਸਿੱਖੀ ਦੇ ਉਹ ਮੂਲ ਰੂਲ ਦੱਸੇ ਕਿ ਸਿੱਖੀ ਦੇ ਵਿੱਚ ਕੀ ਕੁਝ ਹੁੰਦਾ ਹੈ, ਕਿੱਥੋਂ ਸਿੱਖੀ ਆਈ, ਕਿਵੇਂ ਸਿੱਖੀ ਬਣੀ। ਉਹ ਪ੍ਰਚਾਰ ਸਿਰਫ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਸਿਰਫ ਭਗਤੀ ਨਹੀਂ ਕੀਤੀ, ਨਾਲ ਨਾਲ ਉਹਨਾਂ ਨੇ ਬਕਾਲੇ ਸ਼ਹਿਰ ਦੇ ਵਿੱਚ ਰਹਿ ਕੇ ਪ੍ਰਚਾਰ ਵੀ ਕੀਤਾ। ਇਹ ਵੀ ਇੱਕ ਤਰੀਕਾ ਹੁੰਦਾ, ਆਪਾਂ ਇਹਨੂੰ ਕਹਿ ਸਕਦੇ ਕਿ ਪਾਤਸ਼ਾਹ ਨੇ ਇੱਕ ਮੈਨੇਜ ਕੀਤਾ ਉਸ ਚੀਜ਼ ਨੂੰ, ਉਸ ਗੱਲ ਨੂੰ। ਉਹਨਾਂ ਨੇ ਸਮੇਂ ਦੇਖਦੇ ਹੋਏ, ਸਮੇਂ ਨੂੰ ਵਿਚਾਰਦੇ ਹੋਏ, ਉਹਨਾਂ ਨੂੰ ਪਤਾ ਸੀਗਾ ਕਿ ਵੀ ਹਕੂਮਤ ਅੱਗੇ ਹੋਰ ਤੰਗ ਕਰੇਗੀ, ਤਾਂ ਜੇ ਅਗਰ ਲੋਕਾਂ ਨੂੰ ਨਾਨਕ ਦੀ ਸੋਚ ਨਾਲ ਜੋੜਨਾ ਹੈ, ਨਾਨਕ ਦੀ ਸੋਚ ਦੇ ਉੱਪਰ ਤੋਰਨਾ ਹੈ, ਤਾਂ ਥੋੜੀ ਦੇਰ ਲਈ ਸਰਕਾਰ ਨੂੰ ਸ਼ਾਂਤ ਕਰਨਾ ਪੈਣਾ। ਸੋ ਆਓ ਆਪਾਂ ਹੁਣ ਸਮਾਪਤੀ ਕਰੀਏ, ਆਨੰਦ ਸਾਹਿਬ ਪੜ੍ਹੀਏ। ਬਸ ਇੰਨੀ ਕੀ ਗੱਲ ਹੈ ਕਿ ਆਪਾਂ ਇਹ ਨਾ ਦੇਖੀਏ ਕਿ ਸਿਆਣੀ ਗੱਲ ਕਿਹਦੇ ਤੋਂ ਸਿੱਖਣ ਨੂੰ ਮਿਲਦੀ, ਬੱਚਾ ਜਾਂ ਵੱਡਾ। ਸਿਆਣੀ ਗੱਲ ਕਿਸੇ ਤੋਂ ਵੀ ਸਿੱਖਣ ਨੂੰ ਮਿਲ ਸਕਦੀ, ਬਲਕਿ ਬੱਚਿਆਂ ਤੋਂ ਜ਼ਿਆਦਾ ਸਿੱਖਣ ਨੂੰ ਮਿਲਦਾ ਵਾ, ਕਿਉਂਕਿ ਜਦੋਂ ਅਸੀਂ ਵੱਡੇ ਹੋਏ ਨੇ ਸਾਡੀ ਤਾਂ ਹੰਕਾਰ ਹੀ ਇੰਨਾ ਵੱਧ ਜਾਂਦਾ ਕਿ ਅਸੀਂ ਕਿਸੇ ਕੋਲੋਂ ਕੁਝ ਸਿੱਖ ਹੀ ਨਹੀਂ ਸਕਦੇ, ਨਾ ਸਿਖਾਉਂਦੇ ਆ ਸਹੀ ਤਰੀਕੇ ਨਾਲ। ਜੋ ਸਿੱਖ ਸਕਦੇ ਆਪਾਂ ਬੱਚਿਆਂ ਤੋਂ ਸਭ ਤੋਂ ਵੱਧ ਸਿੱਖ ਸਕਦੇ ਹਾਂ। ਅਸੀਂ ਤਾਂ ਬੱਚਿਆਂ ਨੂੰ ਵੀ ਉਸੇ ਤਰੀਕੇ ਨਾਲ ਸਿਖਾਉਂਦੇ ਹਾਂ ਜਿਹਦੇ ਵਿੱਚ ਸਾਡੀ ਈਗੋ ਖੁਸ਼ ਰਹੇ, ਸਾਡਾ ਹੰਕਾਰ ਖੁਸ਼ ਰਹਿ ਸਕੇ। ਅਸੀਂ ਉਸ ਤਰੀਕੇ ਨਾਲ ਜਾਂ ਉਹੀ ਗੱਲ ਸਮਝਾ ਸਕਦੇ ਹਾਂ। ਅਸੀਂ ਉਹ ਗੱਲ ਕਦੇ ਨਹੀਂ ਸਮਝਾਵਾਂਗੇ ਜੋ ਉਹਨਾਂ ਫਾਇਦੇ ਲਈ ਹੋਵੇ। ਹੋ ਸਕਦਾ ਸਾਡੀ ਭਾਵਨਾ ਸਹੀ ਹੋਵੇ,
ਪਰ ਜ਼ਰੂਰੀ ਨਹੀਂ ਕਿ ਉਹਨਾਂ ਦੀ ਸਿਚੁਏਸ਼ਨ ਸਾਡੇ ਹਿਸਾਬ ਨਾਲ ਚੱਲਦੀ ਹੋਵੇ ਜਾਂ ਉਹਨਾਂ ਦੀ ਜ਼ਿੰਦਗੀ ਅੱਗੇ ਸਾਡੇ ਹਿਸਾਬ ਨਾਲ ਚੱਲਣੀ ਹੋਵੇ। ਅਸੀਂ ਸਲਾਹ ਦੇ ਸਕਦੇ ਹਾਂ, ਅਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹਾਂ, ਪਰ ਉਹਨਾਂ ਨੇ ਐਕਸਪੀਰੀਅੰਸ ਦੀ ਵਰਤੋਂ, ਉਸ ਸਲਾਹ ਦੀ ਵਰਤੋਂ ਕਿਸ ਸਮੇਂ, ਕਦੋਂ, ਕਿੱਥੇ, ਕਿਵੇਂ ਕਰਨੀ, ਇਹ ਉਹਨਾਂ ਦੇ ਉੱਪਰ ਡਿਪੈਂਡ ਕਰਦਾ। ਤੇ ਆਓ ਹੁਣ ਆਪਾਂ ਆਨੰਦ ਸਾਹਿਬ ਪੜ੍ਹੀਏ, ਕਿਉਂਕਿ ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ। ਅੱਜ ਲੇਟ ਸ਼ੁਰੂ ਕੀਤਾ ਸੀ ਕਿਉਂਕਿ ਬਾਬਾ ਨਿਰਮਲ ਸਿੰਘ ਜਿਹੜੇ ਉੱਧਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ, ਉਹਨਾਂ ਦੀ ਅੱਜ ਰਾਤੀ ਡੈਥ ਹੋ ਗਈ ਸੀਗੀ 11:30 ਵਜੇ, ਤੇ ਰਾਤੀ ਉੱਥੇ ਹੋਣ ਕਰਕੇ ਅਸੀਂ ਲੇਟ ਹੀ ਸੁੱਤੇ ਤੇ ਉੱਠੇ ਵੀ ਲੇਟ ਹੀ ਥੋੜਾ ਜਿਹਾ। ਤੇ ਜਿਹੜੀ ਸੰਗਤ ਨੂੰ ਨਹੀਂ ਪਤਾ ਸ਼ਾਇਦ ਹੁਣ ਪਤਾ ਲੱਗ ਗਿਆ ਹੋਵੇ। ਆਓ ਹੁਣ ਸਾਰੇ ਆਨੰਦ ਸਾਹਿਬ ਦੇ ਵਿੱਚ ਹਾਜ਼ਰੀ ਭਰੋ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਹਿਜ ਸੇਤੀ ਮਨ ਵਜੀਆਂ ਵਧਾਈਆਂ ਪਰ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਤੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਣਾ। ਅਗਲਾ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਚਾ ਨਾਮ ਮੇਰਾ ਆਧਾਰੋ, ਸਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ, ਹਰ ਸਾਨ ਸੁਖ ਮਨ ਆਏ ਵਸਿਆ। ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ ਸਾਚਾ। ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ, ਜਿਤ ਕਰ ਤਾਰੀਆਂ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ, ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ।
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਰਾਤ ਦੁਇ ਦਾਈ ਦਾਇਆ ਖੇਲੇ ਸਗਲਿਓ ਜਗਤ ਚੰਗਿਆਈਆ ਬੁਰੇ ਆਈਆ ਵਾਚੈ ਧਰਮ ਹਦੂਰ ਪਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ